ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। BS ਮੈਥਡ 3 ਰਿਲੀਜਨ ਦੇ ਵਿੱਚ ਅੱਜ ਆਪਾਂ ਜੁਡਿਜ਼ਮ ਦੀ ਹਿਸਟਰੀ ਦੇ ਬਾਰੇ ਪੜਾਂਗੇ। ਸੋ ਪਹਿਲਾਂ ਆਪਾਂ ਜਾਣ ਪਛਾਣ ਪੜੀਏ ਕਿ ਕਿੱਦਾਂ ਇਹ ਜਨਮ ਜਿਹੜਾ ਹੋਇਆ ਹੈ ਧਰਮ ਦਾ ਹੋਇਆ, ਕਿੱਦਾਂ ਇਹਦੇ ਨਾਮ ਜਿਹੜੇ ਸੀ ਰੱਖੇ ਗਏ। ਤਾਂ ਅੱਜ ਆਪਾਂ ਪੜਾਂਗੇ ਕਿ ਹਿਸਟਰੀ ਜਿਹੜੀ ਹੈ ਇਸ ਦੀ ਕਿੱਦਾਂ ਰਹੀ, ਓਰੀਜਨ ਐਂਡ ਡਿਵੈਲਪਮੈਂਟ। ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਫਸਟ ਕੁਐਸਚਨ ਦੇ ਥਰੂ ਆਪਾਂ ਨੂੰ ਪਤਾ ਲੱਗ ਗਿਆ ਹੈਗਾ ਕਿ ਕਿੱਥੋਂ ਇਹ ਧਰਮ ਜਿਹੜਾ ਹੈ ਨਿਕਲ ਕੇ ਆਇਆ, ਕਿੱਦਾਂ ਇਸ ਦੇ ਅੱਗੇ 2 ਸੈਕਟ ਬਣੇ ਤੇ ਕਿਹੜੀਆਂ ਚੀਜ਼ਾਂ ਨੂੰ ਇਹ ਫੋਲੋ ਕਰਦੇ ਨੇ, ਕਿਹੜੀਆਂ ਇਹਨਾਂ ਦੀਆਂ ਮਨੌਤਾਂ ਨੇ ਤੇ ਕਿਹੜੀਆਂ ਇਹਨਾਂ ਦੀਆਂ ਮਨਾਹੀਆਂ ਨੇ। ਸੋ ਯਹੂਦੀ ਧਰਮ ਬਹੁਤ ਹੀ ਪੁਰਾਣਾ ਧਰਮ ਹੈ, ਮੁੱਢਲਾ ਧਰਮ ਹੈ। ਅਸਲ ਦੇ ਵਿੱਚ ਸੰਸਾਰ ਦੇ ਧਰਮਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ। ਜਿੰਨੇ ਵੀ ਸੰਸਾਰ ਦੇ ਧਰਮ ਬਣੇ ਨੇ ਤਾਂ ਇਹਨਾਂ ਨੂੰ 2 ਕਲਾਸੀਫਿਕੇਸ਼ਨਸ 'ਚ ਵੰਡਿਆ ਜਾਂਦਾ। ਇੱਕ ਤਾਂ ਆਰੀਆ ਧਰਮ, ਇੱਕ ਹੈ ਸਾਮੀ ਧਰਮ। ਆਰੀਆ ਜਿਹੜਾ ਹੈ ਵੈਦਿਕ ਧਰਮ ਦਾ ਬਹੁਤ ਪੁਰਾਣਾ ਪ੍ਰਾਚੀਨ ਧਰਮ ਹੈ, ਤਾਂ ਸਾਮੀ ਧਰਮ ਦੇ ਵਿੱਚ ਯਹੂਦੀ ਧਰਮ ਆ ਜਾਂਦਾ ਹੈ। ਠੀਕ ਹੈ, ਆਰੀਆ ਵੈਦਿਕ ਧਰਮਾਂ ਦੇ ਵਿੱਚੋਂ ਆਉਂਦਾ ਤੇ ਸਾਮੀਆਂ ਦੇ ਵਿੱਚੋਂ ਜਿਹੜਾ ਹੈ ਯਹੂਦੀ ਧਰਮ ਆ ਜਾਂਦਾ। ਤਾਂ ਆਰੀਆ ਇੱਕ ਪਾਸੇ, ਠੀਕ ਹੈ, ਆਰੀਆ ਤੇ ਇੱਕ ਪਾਸੇ ਹੈ ਸਾਮੀ। ਆਰੀਆ ਦੇ ਵਿੱਚ ਹੋ ਗਏ ਵੈਦਿਕ, ਠੀਕ ਹੈ, ਵੈਦਿਕ ਧਰਮ ਦੇ ਵਿੱਚ, ਤੇ ਸਾਮੀ ਦੇ ਵਿੱਚ ਹੋ ਗਿਆ ਆਪਣਾ ਯਹੂਦੀ ਧਰਮ। ਠੀਕ ਹੈ, ਯਹੂਦੀ ਧਰਮ ਦੇ ਜਿੰਨੇ ਵੀ ਪੈਰੋਕਾਰ ਨੇ ਉਹ ਯਹੂਦੀ ਕਹਾਉਂਦੇ ਨੇ, ਯਹੂਦੀਏ ਜਾਂ ਫਿਰ ਯਹੂਦੀ। ਬਨੀ ਇਜ਼ਰਾਈਲ ਇਹਨਾਂ ਦਾ ਪੁਰਾਣਾ ਨਾਮ ਹੈ। ਬਨੀ ਦਾ ਮਤਲਬ ਹੈਗਾ ਸੰਤਾਨ, ਅਤੇ ਇਜ਼ਰਾਈਲ ਆਪਾਂ ਨੂੰ ਪਤਾ ਹੈ ਯਾਕੂਬ ਦਾ ਪੁਰਾਣਾ ਨਾਮ ਜਿਹੜਾ ਸੀਗਾ, ਦੂਜਾ ਨਾਮ ਪੁਰਾਣਾ ਨਾਮ ਹੈ, ਕਿਉਂਕਿ ਇਸ ਦਾ ਈਸ਼ਵਰ ਨੂੰ ਜੇ ਜਿੱਤ ਕੇ ਆਇਆ ਸੀ ਤਾਂ ਈਸ਼ਵਰ ਨੇ ਕਹਿੰਦੇ ਇਹਦਾ ਨਾਮ ਇਜ਼ਰਾਈਲ ਰੱਖਤਾ ਸੀ। ਤਾਂ ਯਾਕੂਬ ਦਾ ਜਿਹੜਾ ਹੈ ਨਾਮ ਇਜ਼ਰਾਈਲ ਕਿਹਾ ਜਾਂਦਾ। ਅਜ਼ਰਾਈਲ ਵੀ ਕਹਿ ਦਿਓ ਚਾਹੇ ਇਜ਼ਰਾਈਲ ਕਹਿ ਦਿਓ, ਤਾਂ ਇਹਨਾਂ ਨੂੰ ਬਨੀ ਇਜ਼ਰਾਈਲ ਜਿਹੜਾ ਹੈ ਇਸ ਧਰਮ ਦਾ ਨਾਮ ਕਿਹਾ ਜਾਂਦਾ। ਤਾਂ ਇਸ ਤਰ੍ਹਾਂ ਬਨੀ ਇਜ਼ਰਾਈਲ ਦੇ ਸ਼ਬਦਿਕ ਅਰਥ ਨੇ ਯਾਕੂਬ ਦੀ ਔਲਾਦ ਜਾਂ ਫਿਰ ਸੰਤਾਨ। ਠੀਕ ਹੈ, ਕਿਉਂਕਿ ਇਜ਼ਰਾਈਲ ਕਿਹਨਾਂ ਨੂੰ ਕਿਹਾ ਜਾਂਦਾ? ਯਾਕੂਬ ਦੀਆਂ ਔਲਾਦਾਂ ਨੂੰ, ਸੰਤਾਨਾਂ ਨੂੰ। ਹੀਬਰੂ ਵੀ ਇਹਨਾਂ ਨੂੰ ਕਿਹਾ ਜਾਂਦਾ, ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ। ਇੱਕ ਹੋਰ ਵਿਚਾਰ ਦੇ ਅਨੁਸਾਰ ਯਹੂਦੀ ਸ਼ਬਦ ਦੀ ਉਤਪਤੀ ਜੁਡਾ ਤੋਂ ਹੋਈ ਹੈ। ਜੁਡਾ ਕੌਣ ਸੀ? ਯਾਕੂਬ ਦੇ 12 ਪੁੱਤਰਾਂ ਦੇ ਵਿੱਚੋਂ ਇੱਕ ਸੀ। ਆਪਾਂ ਹੁਣੇ ਪਿੱਛੇ ਪੜ੍ਹ ਕੇ ਆਏ। ਠੀਕ ਹੈ, ਸੋ ਜਿਨ੍ਹਾਂ ਨੇ ਪ੍ਰੀਵੀਅਸ ਕੁਐਸਚਨ ਨਹੀਂ ਦੇਖਿਆ ਤਾਂ ਜ਼ਰੂਰ ਚੈੱਕਆਊਟ ਕਰਕੇ ਆਏ, ਬਿਕੋਜ਼ ਇਹ ਨਾਮਾਂ ਤੋਂ ਹੀ ਆਪਾਂ ਨੇ ਅੱਗੇ ਜਾਣਾ। ਤਾਂ ਜੁਡਾ ਜਿਹੜਾ ਸੀਗਾ ਉਹ ਯਾਕੂਬ ਦਾ 12 ਪੁੱਤਰਾਂ 'ਚੋਂ ਇੱਕ ਸੀ, ਅਤੇ ਯਾਕੂਬ ਦੇ 12 ਪੁੱਤਰਾਂ ਨੇ 12 ਕਬੀਲੇ ਬਣਾਏ ਅਤੇ ਇਹ ਸਾਰੇ ਹੀ ਇਜ਼ਰਾਈਲੀ ਕਹਾਏ। ਜੁਡਾ ਅਤੇ ਯਾਕੂਬ ਦੋਨਾਂ ਤੋਂ ਜਿਹੜਾ ਹੈ ਯਹੂਦੀ ਧਰਮ ਅੱਗੇ ਆਇਆ, ਯਹੂਦੀ। ਠੀਕ ਹੈ, ਜੁਡਾ ਦਾ ਕਬੀਲਾ ਜਿਹੜਾ ਸੀ ਫਿਲਸਤੀਨ ਤੇ ਰਾਜ ਕਰਦਾ ਸੀ, ਦੱਖਣੀ ਭਾਗ ਦੇ ਵਿੱਚ, ਅਤੇ ਉਸ ਦੇਸ਼ ਦੇ ਉੱਤੇ ਜਿਹੜਾ ਸੀਗਾ ਬਬੂਲ ਨੇ ਜਿਹੜਾ ਸੀਗਾ ਹਮਲਾ ਕਰਤਾ। ਠੀਕ ਹੈ, ਤਾਂ ਆਪਾਂ ਹੁਣੇ ਪਿੱਛੇ ਪੜ੍ਹ ਕੇ ਹਟੇ ਹਾਂ। ਤਾਂ ਇਜ਼ਰਾਈਲ ਅਜ਼ਰਾਈਲ ਸ਼ਬਦਾਂ ਤੋਂ ਮੇਲ ਤੋਂ ਬਣਿਆ। ਇਜ਼ਰਾਈਲ ਦਾ ਮਤਲਬ ਹੁੰਦਾ ਹੈ ਚੁਣਿਆ ਹੋਇਆ ਜਾਂ ਫਿਰ ਜਿਸ ਨੇ ਈਸ਼ਵਰ ਨੂੰ ਜਿੱਤ ਲਿਆ ਹੋਵੇ। ਆਪਾਂ ਪਿੱਛੇ ਪੜ੍ਹ ਕੇ ਹਟੇ ਇਸ ਚੀਜ਼ ਨੂੰ ਵੀ। ਤਾਂ ਪਰਮਾਤਮਾ ਦੀ ਚੁਣੀ ਹੋਈ ਕੌਮ ਨੂੰ ਵੀ ਜਿਹੜੇ ਹੈ ਇਹ ਇਜ਼ਰਾਈਲੀ ਮੰਨਦੇ ਨੇ। ਤਾਂ ਇਸ ਕਰਕੇ ਜਿਹੜਾ ਹੈ ਯਹੂਦੀ ਕੌਮ ਨੂੰ ਖੁਦਾ ਜਾਂ ਪਰਮਾਤਮਾ ਦੀ ਚੁਣੀ ਹੋਈ ਕੌਮ ਜਿਹੜਾ ਹੈ ਮੰਨਿਆ ਜਾਂਦਾ। ਤਾਂ ਯਹੂਦੀ ਧਰਮ ਦਾ ਆਧਾਰ ਜਿਹੜਾ ਹੈ, ਬੇਸ ਜਿਹੜਾ ਹੈ, ਆਧਾਰਸ਼ਿਲਾ ਕਿਹੜੀ ਹੈਗੀ ਆ? ਬਾਈਬਲ ਦਾ ਪਹਿਲਾ ਭਾਗ, ਪੁਰਾਣਾ ਨਿਯਮ, ਓਲਡ ਟੈਸਟਾਮੈਂਟ। ਤਾਂ ਬਾਈਬਲ ਦਾ ਜਿਹੜਾ ਪਹਿਲਾ ਭਾਗ ਹੈ, ਓਲਡ ਟੈਸਟਾਮੈਂਟ ਦੇ ਵਿੱਚੋਂ ਜਿਹੜਾ ਹੈ ਸਾਨੂੰ ਪਤਾ ਲੱਗਦਾ ਕਿ ਯਹੂਦੀ ਧਰਮ ਦਾ ਜਿਹੜਾ ਹੈ ਕਿੱਦਾਂ ਜਿਹੜਾ ਹੈ ਇਹ ਬਣਿਆ। ਯਹੂਦੀ ਧਰਮ ਦਾ ਸਰਵਉੱਚ ਪੈਗੰਬਰ ਜਿਹੜਾ ਹੈ ਮੂਸਾ ਨੂੰ ਮੰਨਿਆ ਜਾਂਦਾ। ਪੁਰਾਣੇ ਨਿਯਮਾਂ ਦੀ ਪਹਿਲੀਆਂ 5 ਪੁਸਤਕਾਂ ਦੀ ਰਚਨਾ ਮੂਸਾ ਨੇ ਕੀਤੀ ਅਤੇ ਇਹਨਾਂ ਬੁੱਕਸ ਨੂੰ ਤੋਰੇਥ ਕਿਹਾ ਜਾਂਦਾ। ਅਤੇ ਇਹਨਾਂ ਤੋਰੇਥ ਬੁੱਕਸ ਦੇ ਵਿੱਚ ਜਿਹੜਾ ਹੈ ਉਸਦੀ ਮੂਸਾ ਦੀ ਆਤਮ ਕਥਾ ਵੀ ਮਿਲਦੀ ਹੈ, ਯਹੂਦੀ ਧਰਮ ਦੇ ਬਾਰੇ ਵੀ ਮਿਲਦਾ, ਈਸਾਈ ਧਰਮ ਦੇ ਬਾਰੇ ਵੀ ਮਿਲਦਾ, ਮੁਸਲਿਮ ਧਰਮ ਦੇ ਨੂੰ ਵੀ ਜਿਹੜਾ ਹੈ ਸਮਝਣ ਲਈ ਇਹ ਬੁੱਕਸ ਜਿਹੜੀਆਂ ਨੇ ਬੈਨੀਫੀਸ਼ੀਅਲ ਨੇ। ਅਤੇ ਇਹ ਵੀ ਕਿਹਾ ਜਾਂਦਾ ਕਿ ਇਹ ਆਧਾਰਸ਼ਿਲਾ ਨੇ ਪੁਰਾਣੇ ਪਰੰਪਰਾਵਾਦੀ ਧਰਮਾਂ ਦੀਆਂ। ਤਾਂ ਇਹ ਵਾਲੀਆਂ ਜਿਹੜੀਆਂ 5 ਬੁੱਕਸ ਮੂਸਾ ਨੇ ਜਿਹੜੀਆਂ ਕਹਿੰਦੇ ਨੇ ਲਿਖੀਆਂ ਨੇ, ਠੀਕ ਹੈ, ਜਿਨ੍ਹਾਂ ਦੀ ਰਚਨਾ ਮੂਸਾ ਨੇ ਕੀਤੀ ਹੈ। ਤਾਂ ਲੇਕਿਨ ਯਹੂਦੀ ਇਹ ਕਹਿੰਦੇ ਕਿ ਮੂਸਾ ਜਿਹੜਾ ਸੀਗਾ ਉਹਨਾਂ ਦੇ ਵਾਸਤੇ ਹੀ ਪੈਦਾ ਹੋਇਆ ਸੀਗਾ। ਠੀਕ ਹੈ, ਤਾਂ ਆਪਾਂ ਇਹ ਵੀ ਪਿੱਛੇ ਪੜ੍ਹ ਕੇ ਹਟੇ ਹਾਂ। ਪੁਰਾਣੇ ਨਿਯਮ ਦੀ ਮੂਲ ਜਿਹੜੀ ਭਾਸ਼ਾ ਹੈਗੀ ਹੈ, ਜਿੰਨੀਆਂ ਵੀ ਇਹ ਪੁਰਾਣੇ ਓਲਡ ਟੈਸਟਾਮੈਂਟਸ ਲਿਖੇ ਹੋਏ ਇਹਨਾਂ ਦੀ ਭਾਸ਼ਾ ਹੀਬਰੂ ਭਾਸ਼ਾ ਹੈ, ਇਬਰਾਨੀ ਭਾਸ਼ਾ ਹੈ। ਅਤੇ ਯਹੂਦੀ ਧਰਮ ਵਿੱਚ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਜ਼ਰਤ ਮੂਸਾ ਜਿਹੜੇ ਨੇ ਕੇਵਲ ਯਹੂਦੀ ਜਾਤੀ ਲਈ ਹੀ ਆਏ ਸੀ, ਅਤੇ ਯਹੂਦੀ ਜਾਤੀ ਪਰਮਾਤਮਾ ਦੀ ਇੱਕ ਚੁਣੀ ਹੋਈ ਵਿਸ਼ੇਸ਼ ਕੌਮ ਹੈ ਜਿਹੜੀ ਕਿ ਸਾਰੀਆਂ ਕੌਮਾਂ ਤੋਂ ਉੱਤੇ ਹੈ। ਠੀਕ ਹੈ, ਤਾਂ ਅਬਰਾਹਮ ਤੋਂ ਮੂਸਾ ਤੱਕ ਯਹੂਦੀ ਧਰਮ ਦਾ ਆਰੰਭ ਜਿਹੜਾ ਹੈ ਅਬਰਾਹਮ ਤੋਂ ਹੁੰਦਾ ਹੋਇਆ ਮੰਨਿਆ ਜਾਂਦਾ। ਅਬਰਾਹਮ ਜੇ ਅਸੀਂ ਇਸ ਨੂੰ ਜਿਹੜਾ ਹੈ ਧਰਮ ਦਾ ਮੋਢੀ ਨਹੀਂ, ਘੱਟੋ ਘੱਟ ਪੂਰਵਜ ਤਾਂ ਆਖ ਸਕਦੇ ਹਾਂ, ਕਿਉਂਕਿ ਅਬਰਾਹਮ ਕੌਣ ਸੀ? ਈਬਰ ਦੀ ਸੰਤਾਨ ਸੀ। ਅਤੇ ਜਿਹੜਾ ਹੈ ਅਬਰਾਹਮ ਇਬਰਾਨੀ ਆਖਾਇਆ, ਅਤੇ ਇਬਰਾਹਮ ਦੀ ਸਾਰੀ ਪੀੜ੍ਹੀ ਜਿਹੜੀ ਸੀ ਇਬਰਾਨੀ ਕਹਾਈ। ਤਾਂ ਇਬਰਾਨੀ ਧਰਮ ਜਿਹੜਾ ਹੈ ਇਹ ਹੈਬਰੂ ਰਿਲੀਜਨ ਕਹਾਇਆ। ਅਤੇ ਇਹ ਜਿਹੜਾ ਹੈ ਅਸੀਂ ਪਿੱਛੇ ਪੜ੍ਹ ਕੇ ਵੀ ਹਟੇ ਆ। ਅਤੇ ਇਹ ਸਾਰੀ ਜਾਣਕਾਰੀ ਸਾਨੂੰ ਓਲਡ ਟੈਸਟਾਮੈਂਟ ਜਿਹੜੀ ਹੈ ਇਹਨਾਂ ਦੀ ਬੁੱਕ ਬਾਈਬਲ ਦੇ ਫਸਟ ਜਿਹੜੀ ਹੈਗੀ ਹੈ, ਫਸਟ ਵਾਲਾ ਪਾਰਟ, ਉਸ ਦੇ ਵਿੱਚ 10, 21 ਅਤੇ 14, 13 ਦੇ ਵਿੱਚ ਮਿਲਦੀ ਹੈ।
ਹੁਣ ਅੱਗੇ ਜਿਹੜਾ ਹੈ ਇਹ ਕਿੱਦਾਂ ਵੰਸ਼ ਅੱਗੇ ਆਇਆ ਤਾਂ ਅਬਰਾਹਮ ਦਾ ਮੁੰਡਾ ਇਸਾਕ ਸੀ। ਇਸਾਕ ਦੇ ਪੁੱਤ ਜਿਹੜਾ ਸੀ ਯਾਕੂਬ ਸੀ, ਅਤੇ ਯਾਕੂਬ ਦੇ 12 ਪੁੱਤਰ ਹੋਏ ਨੇ, ਅਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਸੀਗਾ ਇੱਕ ਜੁਡਾ ਸੀਗਾ। ਜੁਡਾ ਨੇ ਹੀ ਜਿਹੜਾ ਹੈ, ਜੁਡਾ ਦੇ ਨਾਮ ਤੋਂ ਅਤੇ ਯਾਕੂਬ ਦੇ ਨਾਮ ਤੋਂ ਜਿਹੜਾ ਹੈ ਇਹ ਯਹੂਦੀ ਧਰਮ ਜੁਡਿਜ਼ਮ ਪਿਆ। ਠੀਕ ਹੈ, ਜੁਡਾ ਤੋਂ ਹੀ ਠੀਕ ਹੈ ਜੁਡਿਜ਼ਮ ਪਿਆ ਅਤੇ ਇਹ ਲੋਕ ਯਹੂਦੀ ਕਹਾਣ ਲੱਗ ਗਏ। ਤਾਂ ਇੱਦਾਂ ਜਿਹੜਾ ਹੈ ਚੱਲਿਆ ਕਿ ਅਬਰਾਮ ਨੂੰ ਮੰਨਣ ਵਾਲੇ ਇਬਰਾਨੀ, ਅਤੇ ਅਬਰਾਮ ਦਾ ਜਿਹੜਾ ਮੁੰਡਾ ਸੀਗਾ ਇਸਹਾਕ ਸੀ। ਇਸਹਾਕ ਦੇ ਜਿਹੜਾ ਮੁੰਡਾ ਸੀਗਾ ਯਾਕੂਬ ਸੀ। ਯਾਕੂਬ ਦੇ ਹੋਏ 12 ਮੁੰਡੇ। 12 ਮੁੰਡਿਆਂ ਦੇ ਵਿੱਚੋਂ ਇੱਕ ਮੁੰਡਾ ਸੀ ਜੁਡਾ। ਠੀਕ ਹੈ, ਤਾਂ ਇਹਨਾਂ 12 ਮੁੰਡਿਆਂ ਨੇ ਜਿਹੜੇ ਆਪਣੇ ਆਪਣੇ ਕਬੀਲੇ ਬਣਾਏ ਹੋਏ ਸੀ ਦੱਖਣ ਰਾਜ ਦੇ ਵਿੱਚ, ਫਿਲਿਸਤਾਨ ਦੇ ਵਿੱਚ। ਜਿਹਦਾ ਜੁਡਾ ਦਾ ਵੀ ਕਬੀਲਾ ਸੀਗਾ, ਅਤੇ ਜੁਡਾ ਦੇ ਕਬੀਲੇ ਦੇ ਉੱਤੇ ਕਰ ਲਿਆ ਬਬੂਲ ਏਰੀਆ ਨੇ ਕਬਜ਼ਾ। ਤਾਂ ਇਹ ਕਰਕੇ 70 ਸਾਲ ਤੱਕ ਇਹ ਲੋਕ ਜਿਹੜੇ ਸੀਗੇ ਕੈਦੀ ਰਹੇ, ਅਤੇ ਫਿਰ ਬਾਅਦ 'ਚ ਇਹ ਯਹੂਦੀਏ ਕਹਾਣ ਲੱਗ ਗਏ। ਤਾਂ ਅਬਰਾਹਮ ਦਾ ਜੀਵਨ, ਹੁਣ ਅਬਰਾਹਮ ਤੋਂ ਹੀ ਕਿਉਂਕਿ ਆਪਾਂ ਸਟਾਰਟਿੰਗ ਮੰਨਦੇ ਹੈਗੇ ਆ। ਠੀਕ ਹੈ, ਤਾਂ ਅਬਰਾਹਮ ਦਾ ਜਨਮ ਹੋਇਆ ਸੀ 1996 ਈਸਵੀ ਪੂਰਵ। ਠੀਕ ਹੈ, ਈਸਾ ਪੂਰਵ ਦੀ ਗੱਲ ਹੈ ਇਹ। ਤਾਂ 1996 ਈਸਾ ਪੂਰਵ ਦੇ ਵਿੱਚ ਹੋਇਆ। ਕਸੀਦੀਓ ਦੇ ਉਰ ਨਾਂ ਦੇ ਸ਼ਹਿਰ ਦੇ ਵਿੱਚ, ਬਬੂਲ ਦੇ ਦੱਖਣੀ ਭਾਗ ਦੇ ਵਿੱਚ ਇਹ ਰਹਿੰਦਾ ਸੀ, ਜਿਸ ਨੂੰ ਅੱਜ ਕੱਲ੍ਹ ਇਰਾਕ ਕਿਹਾ ਜਾਂਦਾ ਹੈ। ਜਦੋਂ ਇਬਰਾਹਿਮ ਦੀ ਉਮਰ 75 ਸਾਲ ਦੀ ਹੋਈ ਤਦ ਉਸਨੇ ਇਸ ਦੇਸ਼ ਨੂੰ ਛੱਡਤਾ। ਠੀਕ ਹੈ, ਅਤੇ ਬਾਈਬਲ ਅਨੁਸਾਰ ਉਸਨੇ ਇਹ ਪਰਮਾਤਮਾ ਦੀ ਹੁਕਮ ਦੇ ਨਾਲ ਕੀਤਾ ਕਿ ਉਸਨੇ ਜਿਹੜਾ ਸੀ ਉਰ ਨਾਮ ਦੇ ਸ਼ਹਿਰ ਦੇ ਵਿੱਚ ਬਬੂਲ ਨਾਮ ਦਾ ਜਿਹੜਾ ਏਰੀਆ ਸੀਗਾ, ਠੀਕ ਹੈ, ਉਹ ਛੱਡ ਦਿੱਤਾ, ਅਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਇਹ ਏਰੀਆ ਕੀ ਬਣ ਗਿਆ, ਇਰਾਕ। ਇਸਨੇ 75 ਸਾਲ ਦਾ ਇੰਨਾ ਬਜ਼ੁਰਗ ਹੋ ਕੇ ਇਸਨੇ ਉਹ ਏਰੀਆ ਛੱਡਤਾ, ਅਤੇ ਕਿਹਾ ਜਾਂਦਾ ਕਿ ਬਾਈਬਲ ਦੇ ਅਨੁਸਾਰ ਕਿਹਾ ਜਾਂਦਾ ਕਿ ਇਹ ਉਸਨੇ ਪਰਮਾਤਮਾ ਦੇ ਹੁਕਮ ਦੇ ਨਾਲ ਛੱਡਿਆ, ਅਤੇ ਕਿਉਂਕਿ ਈਸ਼ਵਰ ਨੇ ਉਸਨੂੰ ਕਿਹਾ ਸੀਗਾ ਕਿ ਕਿਸੇ ਨਵੇਂ ਦੇਸ਼ 'ਚ ਜਾ। ਤਾਂ ਇਹ ਦੇਸ਼ ਫਿਲਿਸਤੀਨ ਅਤੇ ਵਰਤਮਾਨ ਇਜ਼ਰਾਈਲ ਅਤੇ ਜਾਰਡਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ। ਤਾਂ ਤਿੰਨ ਇਸ ਦੇ ਨਾਮ ਨੇ, ਇਜ਼ਰਾਈਲ, ਜਾਰਡਨ ਅਤੇ ਫਿਲਿਸਤੀਨ। ਅਬਰਾਹਮ ਘੁੰਮਦਾ ਰਿਹਾ, 75 ਸਾਲ ਦੀ ਉਸਦੀ ਉਮਰ ਸੀ। ਮੈਸੋਪਟਾਮੀਆ ਦੇ ਸ਼ਹਿਰ ਹਰੈਨ ਵਿੱਚ ਪੁੱਜ ਗਿਆ, ਕੁਝ ਚਿਰ ਉੱਥੇ ਰਿਹਾ, ਫਿਰ ਆਪਣੀ ਪਤਨੀ ਸਾਰਾ ਅਤੇ ਭਤੀਜੇ ਲੂਥ ਦੇ ਨਾਲ ਜਿਹੜਾ ਹੈ ਕਨਾਨ ਦੇਸ਼ ਪਹੁੰਚ ਗਿਆ। ਇੱਥੇ ਪੈ ਗਿਆ ਅਕਾਲ। ਠੀਕ ਹੈ, ਅਕਾਲ ਪੈ ਗਿਆ, ਅਤੇ ਉੱਥੇ ਇਹ ਮਿਸਰ ਦੇਸ਼ ਦੇ ਵਿੱਚ ਚਲਾ ਗਿਆ। ਅਬਰਾਹਮ ਘੁੰਮ ਕੇ ਮੈਸੋਪਟਾਮੀਆ ਦੇਸ਼ ਦੇ ਸ਼ਹਿਰ ਹਰਾਨ ਵਿੱਚ ਗਿਆ। ਠੀਕ ਹੈ, ਕੁਝ ਦੇਰ ਹਰਾਨ ਦੇ ਵਿੱਚ ਰਹਿ ਕੇ ਆਪਣੀ ਪਤਨੀ ਸੀ ਉਹਦੀ ਨਾਲ ਸਾਰਾ, ਅਤੇ ਭਤੀਜਾ ਸੀਗਾ ਉਹਦਾ ਲੂਤ, ਅਤੇ ਉਹ ਕਨਾਨ ਦੇ ਦੇਸ਼ ਪਹੁੰਚ ਗਿਆ। ਅਤੇ ਕਨਾਨ ਦੇ ਵਿੱਚ ਜਦੋਂ ਬਹੁਤ ਹੀ ਜ਼ਿਆਦਾ ਕਾਲ ਪੈ ਗਿਆ ਤਾਂ ਇਹ ਮਿਸਰ ਦੇਸ਼ 'ਚ ਚਲਾ ਗਿਆ, ਅਤੇ ਫਿਰ ਦੁਬਾਰਾ ਜਿਹੜਾ ਹੈ ਕਨਾਨ ਵਾਪਸ ਆ ਗਿਆ ਜਿੱਥੋਂ ਇਹ ਗਿਆ ਸੀ। ਈਸ਼ਵਰ ਦੇ ਨਾਲ ਵਾਅਦਾ, ਆਪਣੀ ਉਮਰ ਦੇ 98 ਸਾਲ ਪਾਰ ਇਸਨੇ ਇਬਰਾਹਿਮ ਨੇ ਕਰ ਲਏ ਸੀ। ਉਸਦੇ ਕੋਈ ਵੀ ਸੰਤਾਨ 98 ਸਾਲ ਤੱਕ ਦੇਖੋ ਨਹੀਂ ਹੋਈ। ਉਸਦੀ ਪਤਨੀ ਸਾਰਾ ਵੀ ਬੁੱਢੀ ਹੋ ਗਈ ਸੀ। ਕਿਹਾ ਜਾਂਦਾ ਹੈ ਕਿ ਇੱਕ ਰਾਤ ਈਸ਼ਵਰ ਨੇ ਅਬਰਾਹਮ ਨੂੰ ਘਰ ਤੋਂ ਬਾਹਰ ਲਿਆ ਕੇ ਅਸਮਾਨ ਵਿੱਚ ਤਾਰੇ ਦਿਖਾਉਂਦੇ ਹੋਏ ਵਰਦਾਨ ਦਿੱਤਾ ਕਿ ਆਕਾਸ਼ ਵਿੱਚ ਤਾਰੇ ਗਿਣੇ ਨਹੀਂ ਜਾ ਸਕਦੇ, ਉਸੇ ਤਰ੍ਹਾਂ ਅਬਰਾਹਮ ਦੀ ਅਣਗਿਣਤ ਸੰਤਾਨ ਹੋਏਗੀ। ਦੇਖੋ 98 ਸਾਲ ਦਾ, ਹਾਲੇ ਤੱਕ ਇਹਦਾ ਕੋਈ ਵੀ ਬੇਬੀ ਨਹੀਂ ਸੀ ਹੋਇਆ, ਇਹਦੀ ਵਾਈਫ ਵੀ ਬਹੁਤ ਬੁੜੀ ਹੋ ਚੁੱਕੀ ਸੀ ਸਾਰਾ। ਤਾਂ ਈਸ਼ਵਰ ਨੇ ਇਸ ਨੂੰ ਘਰ ਤੋਂ ਬਾਹਰ ਲਿਆਇਆ। ਠੀਕ ਹੈ, ਇਸ ਨੂੰ ਤਾਰੇ ਦਿਖਾਏ ਅਤੇ ਕਿਹਾ ਜਿੰਨੇ ਆਸਮਾਨ 'ਚ ਤਾਰੇ ਨੇ ਉਨੀ ਹੀ ਤੇਰੀ ਸੰਤਾਨ ਹੋਏਗੀ। ਤਾਂ ਇਸ ਅਹਿਦ ਯਾਨੀ ਕਿ ਇਸ ਵਾਅਦੇ ਅਧੀਨ, ਅਹਿਦ ਕਿਹਨੂੰ ਕਿਹਾ ਜਾਂਦਾ, ਵਾਅਦੇ ਨੂੰ, ਤਾਂ ਇਸ ਵਾਅਦੇ ਅਧੀਨ ਅਬਰਾਹਮ ਨੇ ਈਸ਼ਵਰ ਨੂੰ ਇੱਕੋ ਇੱਕ ਰੱਬ ਅਤੇ ਸਵਾਮੀ ਮੰਨਿਆ, ਅਤੇ ਉਸਦੀ ਆਗਿਆ ਦਾ ਪਾਲਣ ਕਰਨ ਦਾ ਵਾਅਦਾ ਕੀਤਾ ਵੀ ਮੈਂ ਤੇਰਾ ਭਗਤ ਬਣ ਕੇ ਰਵਾਂਗਾ। ਠੀਕ ਹੈ, ਜਿੱਦਾਂ ਤੂੰ ਕਵੇਂਗਾ ਈਸ਼ਵਰ ਮੈਂ ਮੰਨਾਂਗਾ। ਤਾਂ ਸਾਰੀ ਜ਼ਿੰਦਗੀ ਜਿੰਨਾ ਵੀ ਉਹ ਚਿਰ ਜੀਆ ਤਾਂ ਈਸ਼ਵਰ ਦਾ ਸੱਚਾ ਭਗਤ ਬਣ ਕੇ ਰਿਹਾ। ਹੁਣ ਦੇਖੋ ਜਦੋਂ 100 ਸਾਲ ਦਾ ਹੋ ਗਿਆ, 98 ਸਾਲ 'ਚ ਉਸਨੂੰ ਈਸ਼ਵਰ ਨੇ ਆਦੇਸ਼ ਦਿੱਤਾ ਵੀ ਤੇ ਜਿੰਨੇ ਵੀ ਤਾਰੇ ਨੇ ਉਨੀ ਤੇਰੀ ਅਣਗਿਣਤ ਸੰਤਾਨਾਂ ਹੋਣਗੀਆਂ। ਤਾਂ ਇਹ ਜਦੋਂ 100 ਸਾਲ ਦਾ ਹੋ ਗਿਆ ਅਤੇ ਉਹਦੀ ਪਤਨੀ 90 ਸਾਲ ਦੀ ਸੀ, ਤਾਂ ਉਸ ਈਸ਼ਵਰ ਦੇ ਵਾਅਦੇ ਦੇ ਕਾਰਨ ਉਹਨਾਂ ਦੇ ਘਰੇ ਇਸਾਕ ਦਾ ਜਿਹੜਾ ਹੈ ਉਸਦੇ ਮੁੰਡੇ ਦਾ ਜਨਮ ਹੋਇਆ। ਦੇਖੋ 100 ਸਾਲ ਦੀ ਉਮਰ 'ਚ ਇਸਾਕ ਦਾ ਜਨਮ ਹੋ ਗਿਆ, ਇਬਰਾਹਿਮ ਦੇ ਮੁੰਡੇ ਦਾ। ਠੀਕ ਹੈ, ਪੁੱਤ ਦਾ ਜਨਮ ਹੋਇਆ। ਜਦੋਂ ਅਬਰਾਹਮ ਦੇ ਵਿਸ਼ਵਾਸ ਦੀ ਪ੍ਰੀਖਿਆ ਲੈਣ ਲਈ ਈਸ਼ਵਰ ਨੇ ਉਸ ਕੋਲੋਂ ਪੁੱਤਰ ਦੀ ਬਲੀ ਮੰਗੀ ਤਾਂ ਇਬਰਾਹਿਮ ਜਿਹੜਾ ਸੀਗਾ ਤਿਆਰ ਹੋ ਗਿਆ, ਅਤੇ ਉਸ ਦਾ ਵਿਸ਼ਵਾਸ ਦੇਖ ਕੇ ਪ੍ਰਮਾਤਮਾ ਖੁਸ਼ ਹੋ ਗਿਆ। ਉਸਨੇ ਕਿਹਾ ਨਾ ਵੀ ਪ੍ਰਮਾਤਮਾ ਤੂੰ ਮੇਰੀ ਝੋਲੀ ਭਰ ਦੇ, ਤੂੰ ਜੋ ਕਹੇਗਾ ਮੈਂ ਕਰਾਂਗਾ। ਠੀਕ ਹੈ, ਜਿੱਦਾਂ ਤੂੰ ਕਹੇਗਾ ਮੈਂ ਉਸ ਰਜਾ 'ਚ ਰਵਾਂਗਾ। ਤਾਂ ਉਸਨੇ ਕੀ ਕੀਤਾ, ਪ੍ਰਮਾਤਮਾ ਨੇ 2 ਸਾਲ ਬਾਅਦ ਉਸਨੂੰ ਇੱਕ ਲੜਕਾ ਇਸਹਾਕ ਦਿੱਤਾ, ਅਤੇ ਪ੍ਰਮਾਤਮਾ ਨੇ ਫਿਰ ਉਸਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਦਿੱਤੇ ਅਤੇ ਕਿਹਾ, ਕਹਿੰਦਾ ਵੀ ਮੈਨੂੰ ਤੇਰਾ ਮੁੰਡਾ ਚਾਹੀਦਾ, ਬਲੀ ਚਾਹੀਦੀ ਹੈ ਇਸ ਮੁੰਡੇ ਦੀ। ਤਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪ੍ਰਮਾਤਮਾ, ਤੂੰ ਲੈ ਜਾ। ਤਾਂ ਪਰਮਾਤਮਾ ਇਸ ਚੀਜ਼ ਦੇ ਉੱਤੇ ਬਹੁਤ ਖੁਸ਼ ਹੋਇਆ, ਅਤੇ ਇੱਕ ਦਿਨ ਅਬਰਾਹਮ ਨੇ ਆਪਣੇ ਇੱਕ ਨੌਕਰ ਨੂੰ ਸੱਦਿਆ ਅਤੇ ਆਦੇਸ਼ ਦਿੱਤਾ ਕਿ ਇਸਹਾਕ ਦੇ ਵਿਆਹ ਲਈ ਵੀ ਤੂੰ ਕੋਈ ਕੁੜੀ ਲੱਭ ਦੇ। ਹੁਣ ਦੇਖੋ ਕਾਫੀ ਉਮਰ ਦਾ ਹੋ ਗਿਆ ਸੀ, 120 ਸਾਲ ਦੇ ਕਰੀਬ ਹੋ ਗਿਆ ਸੀ ਅਬਰਾਹਮ, ਅਤੇ ਇਸਨੇ ਕਿਹਾ ਵੀ ਮੈਂ ਹੁਣ ਆਪਣੇ ਇਸਹਾਕ ਮੁੰਡੇ ਦਾ ਵਿਆਹ ਕਰਾਂ, ਪਰੰਤੂ ਉਹ ਲੜਕੀ ਕਨਾਨ ਦੇਸ਼ ਵਿੱਚੋਂ ਨਹੀਂ ਹੋਣੀ ਚਾਹੀਦੀ।
ਸਗੋਂ ਲੜਕੀ ਆਪਣੇ ਅਬਰਾਹਮ ਦੇ ਜੱਦੀ ਸਥਾਨ ਅਤੇ ਉਸ ਨੂੰ ਆਪਣੇ ਕੁਤਬ ਦੇ ਵਿੱਚੋਂ ਹੋਣੀ ਚਾਹੀਦੀ ਹੈ। ਉਸਨੇ ਆਪਣੇ ਨੌਕਰ ਨੂੰ ਵੀ ਕਿਹਾ ਕਿ ਤੂੰ ਮੇਰੇ ਪੁੱਤਰ ਇਸਹਾਕ ਨੂੰ ਉਸ ਦੀ ਜੱਦੀ ਭੂਮੀ 'ਤੇ ਨਾ ਲੈ ਕੇ ਜਾਵੀਂ, ਸਗੋਂ ਮੇਰੀ ਜੱਦੀ ਭੂਮੀ ਤੋਂ ਕੁੜੀ ਨੂੰ ਇੱਥੇ ਲੈ ਕੇ ਆ। ਠੀਕ ਹੈ, ਵੀ ਜਿੱਥੇ ਕਨਾਨ ਦੇਸ਼ ਤੋਂ ਇਹ ਲੜਕੀ ਨਹੀਂ ਹੋਣੀ ਚਾਹੀਦੀ, ਅਤੇ ਜਿਹੜਾ ਹੈ ਇਸ ਸਥਾਨ 'ਤੇ ਜਿੱਥੇ ਆਪਾਂ ਜੱਦੀ ਸਥਾਨ ਹੈ ਆਪਣਾ, ਉੱਥੇ ਕੁੜੀ ਆਵੇ। ਅਬਰਾਹਮ ਦੇ ਨੌਕਰ ਨੇ ਇਸੇ ਤਰ੍ਹਾਂ ਕੀਤਾ ਅਤੇ ਉਹ ਕੁਝ ਊਂਠ ਲੈ ਕੇ ਅਬਰਾਹਮ ਦੇ ਜੱਦੀ ਸਥਾਨ 'ਤੇ ਗਿਆ ਅਤੇ ਉਸ ਦੀ ਮੁਲਾਕਾਤ ਰਿਬਕਾ ਨਾਂ ਦੀ ਇੱਕ ਲੜਕੀ ਦੇ ਨਾਲ ਹੋਈ, ਅਤੇ ਉਹ ਅਬਰਾਹਮ ਦੇ ਭਰਾ ਨਾਹੌਰ ਦੀ ਪਤਨੀ ਮਿਲਕਾ ਦੇ ਪੁੱਤਰ ਬਥੂਏਲ ਦੀ ਲੜਕੀ ਸੀ। ਠੀਕ ਹੈ, ਤਾਂ ਅਬਰਾਹਮ ਦੇ ਭਰਾ ਨਾਹੌਰ ਦੀ ਪਤਨੀ ਮਿਲਕਾ ਦੇ ਪੁੱਤਰ ਬਥੂਏਲ ਦੀ ਪੁੱਤਰੀ ਸੀ। ਤਾਂ ਅਬਰਾਹਮ ਦੇ ਨੌਕਰ ਨੇ ਬਥੂਏਲ ਨੂੰ ਸਾਰੀ ਗੱਲ ਦੱਸੀ, ਤਾਂ ਉਹਨਾਂ ਨੇ ਕੁੜੀ ਨੂੰ ਉਸ ਨੌਕਰ ਦੇ ਨਾਲ ਅਬਰਾਹਮ ਕੋਲ ਕਨਾਨ ਜਿਹੜਾ ਸੀਗਾ ਭੇਜਤਾ। ਅਬਰਾਹਮ ਦਾ ਨੌਕਰ ਜਿਹੜਾ ਉਹ ਕੁੜੀ ਰਿਬਕਾ ਨੂੰ ਨਾਲ ਲੈ ਕੇ ਕਨਾਨ ਆ ਗਿਆ। ਤਾਂ ਇਸ ਤਰ੍ਹਾਂ ਜਿਹੜਾ ਹੈ ਰਿਬਕਾ ਇਸਾਕ ਦੀ ਪਤਨੀ ਅਖਵਾਈ। ਠੀਕ ਹੈ, ਸੋ ਕਨਾਨ ਦੀ ਲੜਕੀ ਨਹੀਂ ਸੀ, ਜਿੱਥੋਂ ਦਾ ਇਹ ਪਹਿਲਾਂ ਸੀਗਾ ਇਬਰਾਹਿਮ, ਉੱਥੋਂ ਦੀ ਹੀ ਲੜਕੀ ਜਿਹੜੀ ਸੀ ਇੱਥੇ ਉਹਦਾ ਨੌਕਰ ਲੈ ਕੇ ਆਇਆ ਅਤੇ ਉਹਦਾ ਵਿਆਹ ਕਰਵਾਤਾ। ਅਤੇ ਉਸ ਸਮੇਂ ਇਸਹਾਕ ਦੀ ਉਮਰ ਜਿਹੜੀ ਸੀਗੀ 40 ਸਾਲਾਂ ਦੀ ਸੀ, ਅਤੇ ਅਬਰਾਹਮ ਨੇ ਆਪਣਾ ਸਭ ਕੁਝ ਜੋ ਵੀ ਉਸਦੇ ਕੋਲ ਸੀ ਇਸਹਾਕ ਨੂੰ ਦੇ ਦਿੱਤਾ, ਅਤੇ 175 ਸਾਲ ਦੀ ਉਮਰ ਜਿਹੜੀ ਸੀ ਬਤੀਤ ਕਰਕੇ 175 ਸਾਲ ਦਾ ਸੀ ਇਬਰਾਹਿਮ ਜਦੋਂ ਉਸਦੀ ਜਿਹੜੀ ਹੈਗੀ ਡੈਥ ਹੋਈ 1822 ਈਸਾ ਪੂਰਵ ਦੇ ਵਿੱਚ। ਤਾਂ ਰਿਬਕਾ ਲਈ ਇਸਹਾਕ ਨੇ ਬੇਨਤੀ ਕੀਤੀ ਕਿ ਉਸ 'ਤੇ ਕਿਰਪਾ ਹੋਵੇ, ਕਿਉਂਕਿ ਰਿਬਕਾ ਵੀ ਜਿਹੜੀ ਸੀ ਬਾਂਝ ਸੀ, ਉਸਦੇ ਵੀ ਕੋਈ ਬੇਬੀ ਨਹੀਂ ਸੀ ਹੋਇਆ, ਜਿੱਦਾਂ ਕਿ ਉਹਦੀ ਮੰਮੀ ਦੇ ਬੇਬੀ ਬਹੁਤ ਜ਼ਿਆਦਾ ਲੇਟ ਹੋਇਆ ਹੈ ਨਾ। ਤਾਂ ਇਸ ਕਰਕੇ ਜਿਹੜਾ ਸੀ ਰਿਬਕਾ ਵੀ ਬਾਂਝ ਸੀ, ਤਾਂ ਪਰਮਾਤਮਾ ਨੇ ਇਸਹਾਕ ਦੀ ਬੇਨਤੀ ਜਿਹੜੀ ਸੀਗੀ ਪ੍ਰਵਾਨ ਕਰ ਲਈ, ਅਤੇ ਰਿਬਕਾ ਜਿਹੜੀ ਸੀ ਗਰਭਵਤੀ ਹੋ ਗਈ ਅਤੇ ਉਸਦੇ 2 ਜੋੜੇ ਪੁੱਤਰ ਹੋਏ। ਉਸ ਸਮੇਂ ਇਸਹਾਕ ਜਿਹੜਾ ਸੀ 60 ਸਾਲ ਦਾ ਸੀ। ਸਭ ਤੋਂ ਵੱਡੇ ਬੱਚੇ ਦਾ ਨਾਮ ਕੀ ਰੱਖਿਆ ਗਿਆ? ਯਾਕੂਬ। ਠੀਕ ਹੈ, ਯਾਕੂਬ ਦੇ ਅੱਗੋਂ ਜਿਹੜੇ ਸੀ 12 ਬੱਚੇ ਹੋਏ, ਅਤੇ ਜਿਨ੍ਹਾਂ ਦੇ ਵਿੱਚੋਂ ਜਿਹੜਾ ਸੀਗਾ ਜੂਡਾ ਨੇ ਜਿਹੜਾ ਸੀ ਜੂਡਿਆ ਦੇ ਨਾਮ ਤੋਂ ਜੂਡਿਜ਼ਮ ਹੋਇਆ ਹੈ ਨਾ। ਅਤੇ ਇਹ ਸਾਰੀ ਸਟੋਰੀ ਵਾਂਗੂ ਆਪਾਂ ਨੇ ਪੜ੍ਹਨਾ। ਤਾਂ ਵੱਡੇ ਵਾਲੇ ਦਾ ਨਾਮ ਯਾਕੂਬ ਰੱਖਿਆ ਗਿਆ ਇਸਹਾਕ ਦੇ ਮੁੰਡੇ ਦਾ। ਠੀਕ ਹੈ, ਛੋਟੇ ਵਾਲੇ ਦਾ ਨਾਮ ਰੱਖਿਆ ਈਸਾਊ। ਯਾਕੂਬ ਦਾ ਜਿਹੜਾ ਜਨਮ ਸੀਗਾ, ਤਾਂ ਹੁਣ ਦੇਖੋ 60 ਸਾਲ ਦੀ ਉਮਰ ਦੇ ਵਿੱਚ ਜਿਹੜਾ ਸੀਗਾ ਇਹਦੇ ਪਾਪਾ ਨੇ ਇਸ ਨੂੰ ਇਹਦੇ ਮੰਮਾ ਨੇ ਜਨਮ ਦਿੱਤਾ, ਤਾਂ ਇਹਦੇ ਪਾਪਾ ਦੀ ਉਮਰ 60 ਸਾਲ ਦੀ ਸੀਗੀ। ਠੀਕ ਹੈ, ਇਸਹਾਕ ਦੀ। ਤਾਂ ਯਾਕੂਬ ਜਿਹੜਾ ਸੀ ਉਸ ਟਾਈਮ ਹੋਇਆ, 2 ਜੋੜੇ ਪੁੱਤਰ ਹੋਣੇ ਯਾਕੂਬ ਅਤੇ ਈਸਾਊ। ਯਾਕੂਬ ਵੱਡਾ ਸੀਗਾ। ਠੀਕ ਹੈ, ਅਤੇ ਅਬਰਾਹਮ ਦੇ ਅਹਿਦ ਦਾ ਉੱਤਰਾਧਿਕਾਰੀ ਵੀ ਜਿਹੜਾ ਸੀ ਯਾਕੂਬ ਬਣਿਆ, ਕਿਉਂਕਿ ਉਹ ਆਪਣੇ ਭਰਾ ਤੋਂ ਡਰਦਾ ਸੀ, ਇਸ ਕਰਕੇ ਉਸਨੇ ਆਪਣੇ ਨਾਨਕੇ ਮੈਸੋਪੋਟਾਮੀਆ ਦੇ ਵੱਲੋਂ ਦੌੜ ਗਿਆ। ਇੱਥੇ ਆ ਕੇ ਉਸਨੇ ਆਪਣੇ ਮਾਮੇ ਦੀਆਂ 2 ਧੀਆਂ ਨਾਲ ਵਿਆਹ ਕਰਾ ਲਿਆ ਅਤੇ ਇੱਕ ਅਮੀਰ ਆਦਮੀ ਬਣ ਗਿਆ। 20 ਸਾਲ ਦੇ ਪਿੱਛੋਂ ਜਦੋਂ ਉਹ ਆਪਣੇ ਭਰਾ ਵੱਲ ਆ ਰਿਹਾ ਸੀ, ਤਾਂ ਰਸਤੇ ਵਿੱਚ ਉਸਦਾ ਕੋਲ ਈਸ਼ਵਰ ਦੇ ਦੂਤ ਦੇ ਨਾਲ ਹੋ ਗਿਆ। ਦੂਤ ਦੀ ਜਿੱਤ ਹੋਈ ਅਤੇ ਉਸਨੇ ਯਾਕੂਬ ਦਾ ਨਾਮ ਯਾਕੂਬ ਤੋਂ ਇਸਰਾਇਲ ਰੱਖਤਾ। ਠੀਕ ਹੈ, ਤਾਂ ਪਰਮਾਤਮਾ ਨੂੰ ਜਿੱਤਣ ਵਾਲਾ ਇਸ ਦਾ ਨਾਮ ਉਹ ਕਰਤਾ, ਤਾਂ ਕਰਕੇ ਪਰਮਾਤਮਾ ਦੇ ਨਾਮ ਕਹਿੰਦਾ ਇਸਨੇ ਜਿਹੜਾ ਸੀ ਪਰਮਾਤਮਾ ਨੇ ਇਸ ਦਾ ਨਾਮ ਇਜ਼ਰਾਈਲ ਰੱਖਤਾ। ਉਦੋਂ ਤੋਂ ਹੀ ਉਸਦੀ ਸੰਤਾਨ ਦਾ ਨਾਮ ਇਜ਼ਰਾਈਲੀ ਪੈ ਗਿਆ, ਵੀ ਜਿੰਨੇ ਵੀ ਤੇਰੇ ਬੱਚੇ ਹੋਣਗੇ ਇਜ਼ਰਾਈਲੀ ਕਹਾਉਣਗੇ। ਕਿਹਾ ਜਾਂਦਾ ਕਿ ਯਾਕੂਬ ਨੂੰ ਪਰਮਾਤਮਾ ਨੇ ਈਸ਼ਵਰ ਨੇ ਦਰਸ਼ਨ ਦਿੱਤੇ ਅਤੇ ਅਬਰਾਹਮ ਨਾਲ ਕੀਤੇ ਹੋਏ ਅਹਿਦ ਵਾਅਦੇ ਨੂੰ ਵੀ ਦੁਹਰਾਇਆ। ਅਤੇ ਯਾਕੂਬ ਦੇ ਕਿੰਨੇ ਪੁੱਤਰ ਹੋਏ? 12। ਠੀਕ ਹੈ, ਅਤੇ ਇਜ਼ਰਾਈਲੀਆਂ ਅੱਗੇ ਜਿਹੜੇ ਸੀ ਇਜ਼ਰਾਈਲੀ ਹੋਰ ਬਣੇ, ਅਤੇ ਨਾਲ ਹੀ ਜਿਹੜਾ ਸੀਗਾ ਯਹੂਦੀਆਂ ਦੇ 12 ਕਬੀਲੇ ਹੋਰ ਬਣ ਗਏ। ਹੁਣ ਆਪਾਂ ਪਿੱਛੇ ਵੀ ਪੜ੍ਹ ਕੇ ਹਟੇ ਹਾਂ ਕਿ ਯਾਕੂਬ ਦੇ 12 ਮੁੰਡੇ ਹੋਏ ਨੇ, ਜਿਹਦੇ ਵਿੱਚੋਂ ਇੱਕ ਜੁਡਾ ਵੀ ਸੀ, ਜਿਸ ਦੇ ਤੋਂ ਜਿਹੜਾ ਹੈ ਜੁਡਿਜ਼ਮ ਅੱਗੇ ਵਧਿਆ ਫੁੱਲਿਆ, ਅਤੇ ਜੁਡਿਜ਼ਮ ਦਾ ਨਾਮ ਵੀ ਉਸਦੇ ਮੁੰਡੇ ਦੇ ਨਾਮ ਤੋਂ ਪਿਆ। ਤਾਂ ਯੂਸਫ ਜਿਹੜਾ ਸੀਗਾ ਯਾਕੂਬ ਦਾ 11ਵਾਂ ਪੁੱਤਰ ਸੀ। ਉਸ ਸੰਬੰਧੀ ਮਿਲਦੇ ਬਿਰਤਾਂਤ ਤੋਂ ਪਤਾ ਲੱਗਦਾ ਕਿ 1729 ਈਸਾ ਪੂਰਵ ਦੇ ਵਿੱਚ ਉਸਦੇ ਭਰਾਵਾਂ ਨੇ ਉਸ ਨੂੰ ਦੁਸ਼ਮਣੀ ਕਰਕੇ ਮਿਸਰ ਦੇ ਵਪਾਰੀਆਂ ਦੇ ਹੱਥ ਵੇਚਤਾ, ਪਰ ਉਹ ਆਪਣੀ ਮਿਹਨਤ ਅਤੇ ਕੰਮ ਵਿੱਚ ਪ੍ਰਵੀਨਤਾ ਦੇ ਕਰਕੇ ਮਿਸਰ ਦੇ ਸ਼ਾਸਕ ਫਿਰਊਨ ਦਾ ਕਿਰਪਾ ਪਾਤਰ ਬਣ ਗਿਆ, ਜੋ ਕਿ ਮਿਸਰ ਦਾ ਰਾਜਪਾਲ ਸੀ, ਅਤੇ ਉਹ ਰਾਜ ਦਾ ਉੱਤਰਾਧਿਕਾਰੀ ਵੀ ਬਣ ਗਿਆ। ਕਿਹਾ ਜਾਂਦਾ ਕਿ ਜਦੋਂ ਕਨਾਨ ਵਿੱਚ ਯਾਕੂਬ ਦਾ ਸਾਰਾ ਘਰਾਣਾ ਰਹਿੰਦਾ ਸੀ, ਉੱਥੇ ਕਾਲ ਪੈ ਗਿਆ, ਅਤੇ ਫਿਰਊਨ ਜਿਹੜਾ ਸੀਗਾ, ਫਿਰਊਨ ਨੇ ਮਿਸਰ ਵਿੱਚ ਅਨਾਜ ਦੇ ਭੰਡਾਰ ਭਰੇ ਹੋਏ ਸੀ, ਅਤੇ ਉੱਥੇ ਜਿਹੜਾ ਸੀ ਯੂਸਫ ਦੇ ਭਰਾ ਮਿਸਰ ਵਿੱਚ ਅਨਾਜ ਖਰੀਦਣ ਆਏ। ਤਾਂ ਯੂਸਫ ਨੇ ਆਪਣੀ ਅਸਲੀਅਤ ਦੱਸੀ ਅਤੇ ਉਸਨੇ ਭਰਾਵਾਂ ਨੂੰ ਮਾफ़ ਕਰ ਦਿੱਤਾ, ਅਤੇ ਨਾਲ ਹੀ ਜਿਹੜਾ ਸੀ ਪਰਿਵਾਰਾਂ ਨੂੰ ਮਿਸਰ ਵੀ ਬੁਲਾ ਲਿਆ। ਮਿਸਰ ਦੇ ਰਾਜੇ ਨੇ ਉਹਨਾਂ ਨੂੰ ਰਹਿਣ ਲਈ ਮੌਸਮ ਦਾ ਇਲਾਕਾ ਦਿੱਤਾ, ਜਿੱਥੇ ਉਹ ਕਾਫੀ ਸਾਲ ਤੱਕ ਰਹੇ। ਇਸ ਤੋਂ ਬਾਅਦ ਜਿਹੜਾ ਸੀਗਾ ਮਿਸਰ ਦਾ ਬਾਦਸ਼ਾਹ ਯਹੂਦੀਆਂ ਨੂੰ ਦੁੱਖ ਦੇਣ ਲੱਗ ਗਿਆ, ਅਤੇ ਇਜ਼ਰਾਈਲੀ ਲੋਕਾਂ ਦੁਆਰਾ ਉਸਦੇ ਦਿੱਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੇ ਈਸ਼ਵਰ ਦੇ ਅੱਗੇ ਦੁਹਾਈ ਪਾਣੀ ਸ਼ੁਰੂ ਕਰਤੀ। ਅਤੇ ਪੈਗੰਬਰ ਮੂਸਾ ਦੀ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਯਹੂਦੀਆਂ ਦੇ ਮਿਸਰ ਵਿੱਚ ਆਉਣ ਤੋਂ ਪਹਿਲਾਂ ਉੱਥੋਂ ਦੇ ਬਾਦਸ਼ਾਹ ਦਾ ਰਵੱਈਆ ਜਿਹੜਾ ਸੀ ਉਹਨਾਂ ਦੇ ਪ੍ਰਤੀ ਚੰਗਾ ਸੀ, ਪਰ ਜਦੋਂ ਯੂਸਫ ਦੀ ਮੌਤ ਹੋ ਗਈ ਤਾਂ ਜਿਹੜਾ ਨਵਾਂ ਫਿਰਊਨ ਗੱਦੀ 'ਤੇ ਬੈਠਿਆ,
ਤੋ ਉਹ ਬਹੁਤ ਦਇਆਵਾਨ ਨਹੀਂ ਸੀ ਅਤੇ ਉਹ ਗੁਲਾਮਾਂ ਦੇ ਵਾਂਗੂ ਜਿਹੜਾ ਸੀ ਕੰਮ ਲੈਂਦਾ ਸੀ ਉਹਨਾਂ ਤੋਂ ਜਬਰੀ ਮਜ਼ਦੂਰੀ ਕਰਵਾਉਂਦਾ ਸੀ, ਉਹਨਾਂ ਤੋਂ ਜ਼ਬਰਦਸਤੀ ਮਹਿਲ ਬਣਵਾਏ, ਪੇਟ ਭਰ ਕੇ ਰੋਟੀ ਕੱਪੜੇ ਵੀ ਨਹੀਂ ਸੀ ਦਿੰਦਾ ਯਹੂਦੀਆਂ ਤੋਂ। ਅਤੇ ਫਿਰਊਨ ਨੂੰ ਯਹੂਦੀਆਂ ਤੋਂ ਡਰ ਲੱਗਿਆ ਰਹਿੰਦਾ ਸੀ ਕਿਤੇ ਵੀ ਇਹ ਤਾਕਤਵਰ ਨਾ ਹੋ ਜਾਣ ਅਤੇ ਬਗਾਵਤ ਨਾ ਕਰ ਦੇਣ। ਹੁਣ ਆਪਾਂ ਪਿੱਛੇ ਪੜ੍ਹ ਕੇ ਹਟੇ ਕਿ 70 ਸਾਲ ਤੱਕ ਇਹ ਲੋਕ ਜਿਹੜੇ ਸੀ ਗੁਲਾਮ ਰਹੇ ਨੇ ਅਤੇ ਇਸ ਕਰਕੇ ਯਹੂਦੀਏ ਕਹਾਏ ਨੇ, ਕਿਉਂਕਿ ਯਹੂਦੀਏ ਠੀਕ ਹੈ ਉਸ ਧਰਮ ਨੂੰ ਮੰਨਣ ਵਾਲੇ ਸੀ ਅਤੇ ਜਿਹੜਾ ਸੀਗਾ ਇਹ ਜੂਡਿਆ ਦੇ ਨਾਮ ਤੋਂ ਇਹ ਆਏ ਸੀਗੇ। ਤਾਂ ਫਿਰਊਨ ਨੂੰ ਯਹੂਦੀਆਂ ਤੋਂ ਇਹ ਡਰ ਲੱਗਿਆ ਰਹਿੰਦਾ ਸੀ। ਸੋ ਇਸ ਕਰਕੇ ਮਿਸਰ ਦੇ ਰਾਜੇ ਨੇ 2 ਦਾਈਆਂ ਨੂੰ ਹੁਕਮ ਦਿੱਤਾ ਕਿ ਇਜ਼ਰਾਈਲੀਆਂ ਦੇ ਘਰੇ ਜੇਕਰ ਪੁੱਤ ਹੁੰਦਾ ਤਾਂ ਉਹਨੂੰ ਮਾਰ ਦਿੱਤਾ ਜਾਏ, ਲੜਕੀ ਹੈ ਤਾਂ ਉਸਨੂੰ ਜਿਉਂਦੇ ਛੱਡ ਦਿੱਤਾ ਜਾਵੇ। ਪਰ ਦਾਈਆਂ ਪਰਮਾਤਮਾ ਦਾ ਖੌਫ ਖਾਂਦੀਆਂ ਸੀ, ਉਹਨਾਂ ਨੇ ਐਸਾ ਨਹੀਂ ਕੀਤਾ ਅਤੇ ਫਿਰਊਨ ਨੇ ਆਪਣੀ ਸਾਰੀ ਪ੍ਰਜਾ ਦੇ ਲੋਕਾਂ ਨੂੰ ਆਦੇਸ਼ ਦਿੱਤਾ ਕਿ ਇਬਰਾਨੀਆਂ ਦੇ ਜਿੰਨੇ ਵੀ ਪੁੱਤਰ ਹੋਣ ਤਾਂ ਉਹਨਾਂ ਸਾਰਿਆਂ ਨੂੰ ਤੁਸੀਂ ਨੀਲ ਨਦੀ 'ਚ ਸੁੱਟ ਦਿਓ, ਸਾਰੀਆਂ ਕੁੜੀਆਂ ਨੂੰ ਜਿਉਂਦੇ ਰੱਖੋ। ਇਸੇ ਸਮੇਂ ਦੇ ਵਿੱਚ ਮੂਸਾ ਦਾ ਜਨਮ ਹੋਇਆ। ਸੋ ਇਹ ਸੀ ਅੱਜ ਦਾ ਵੀਡੀਓ, ਮਿਲਦੇ ਨਵੇਂ ਵੀਡੀਓ ਦੇ ਨਾਲ।